ਸਾਹਿਬ ਜੀ। ਜਿਹਵਾ ਗੁਣ ਗੋਬਿੰਦ ਭਜੋ, ਕਰਨ ਸੁਣਹੁ ਹਰਿ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰਹਿ ਨਾ ਜਮ ਕੈ ਧਾਮ। ਧੰਨ ਗੁਰੂਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਅੰਮ੍ਰਿਤ ਵੇਲੇ ਦੇ ਇਹਨਾਂ ਵਿਸ਼ੇਸ਼ ਦੀਵਾਨਾਂ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ, ਜਿਸ ਵਿੱਚ ਆਪਾਂ ਧੰਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਤਿਗੁਰਾਂ ਦੇ ਜੋ ਪਾਵਨ 57 ਸ਼ਲੋਕ ਹਨ, ਉਹਨਾਂ ਦੀ ਵਿਆਖਿਆ ਆਰੰਭ ਕੀਤੀ ਹੈ। ਸਤਿਗੁਰਾਂ ਨੇ ਬੜੇ ਸੁੰਦਰ ਢੰਗ ਦੇ ਨਾਲ ਜੀਵਨ ਦਾ ਮਨੋਰਥ ਦ੍ਰਿੜ ਕਰਵਾਇਆ ਹੈ ਕਿ ਮਨੁੱਖ ਦੇ ਜੀਵਨ ਦਾ ਅਸਲੀ ਮਨੋਰਥ ਹੈ ਕਿ ਆਪਾਂ ਵੀ ਜਿਹੜੇ ਸ਼ਲੋਕ ਹਨ ਉਹਨਾਂ ਦੀ ਵਿਆਖਿਆ ਕਰ ਚੁੱਕੇ ਹਾਂ। ਅੱਜ ਅਗਲੇਰੇ ਸ਼ਲੋਕਾਂ ਦੀ ਵਿਆਖਿਆ ਆਰੰਭ ਕਰਨੀ ਹੈ। ਆਰੰਭਤਾ ਤੋਂ ਪਹਿਲਾਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਸਾਰੇ ਜੁੜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹਵਾ ਗੁਣ ਗੋਬਿੰਦ ਭਜੋ, ਕਰਨ ਸੁਣਹੁ ਹਰਿ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰਹਿ ਨਾ ਜਮ ਕੈ ਧਾਮ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਸ 21ਵੇਂ ਸ਼ਲੋਕ ਦੇ ਅੰਦਰ। ਮਹਾਰਾਜ ਕਹਿੰਦੇ, ਭਾਈ ਜੇ ਤੂੰ ਚਾਹੁੰਦਾ ਹੈ ਕਿ ਤੂੰ ਨਰਕਾਂ ਤੋਂ ਬਚਣਾ ਹੈ, ਜਮ ਕੇ ਧਾਮ, ਜਮਾ ਨੇ ਤੈਨੂੰ ਪਕੜ ਕੇ ਲੈ ਕੇ ਜਾਣਾ, ਜੇ ਉਹਨਾਂ ਤੋਂ ਬੰਦ ਖਲਾਸੀ ਚਾਹੁੰਦਾ ਹੈ, ਮੌਤ ਦਾ ਜਿਹੜਾ ਡਰ ਹੈ ਤੇਰਾ ਉਹ ਖਤਮ ਹੋ ਜਾਵੇ, ਕਾਲ ਨੇ ਤੈਨੂੰ ਲੈ ਕੇ ਜਾਣਾ ਹੈ, ਉਹਦੇ ਤੋਂ ਬਚਣ ਵਾਸਤੇ ਸਤਿਗੁਰਾਂ ਨੇ ਸਾਡੀਆਂ ਦੋ ਗਿਆਨ ਇੰਦਰੀਆਂ ਹਨ, ਜੋ ਕਰਮ ਇੰਦਰੀਆਂ ਵੀ ਹਨ ਸਾਡੀਆਂ, ਕੰਨ ਅਤੇ ਜੀਭਾ ਦੀ ਗੱਲ ਸਤਿਗੁਰਾਂ ਨੇ ਕੀਤੀ ਹੈ ਕਿ ਇਹਨਾਂ ਕੰਨਾਂ ਦੇ ਨਾਲ ਪਰਮੇਸ਼ਰ ਦੇ ਗੁਣ ਸੁਣ ਲੈ ਤੇ ਇਸ ਜੀਭਾ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾ ਲੈ। ਉਹਦੇ ਗੁਣ ਗਾਉਣ ਅਤੇ ਸੁਣਨ ਦੇ ਨਾਲ ਤੂੰ ਜਮਾਂ ਦੇ ਧਾਮ ਨੂੰ ਨਹੀਂ ਜਾਵੇਂਗਾ, ਮੌਤ ਤੈਨੂੰ ਨਹੀਂ ਡਰਾਵੇਗੀ ਜੇ ਤੂੰ ਇਹ ਕੰਮ ਕਰ ਲਵੇਂ। ਸਾਧ ਸੰਗਤ, ਸਾਡੀ ਜੀਭਾ ਦਾ ਬੜਾ ਵੱਡਾ ਗੁਣ ਵੀ ਹੈ ਤੇ ਅਵਗੁਣ ਵੀ ਇਹਦੇ ਵਿੱਚ ਕਈ ਹਨ। ਸੰਸਾਰ ਦੀਆਂ ਜਿੰਨੀਆਂ ਵੀ ਜੂਨੀਆਂ ਹਨ, ਉਹਨਾਂ ਵਿੱਚੋਂ ਬੋਲਣ ਦੀ ਸਮਰੱਥਾ ਪਰਮੇਸ਼ਰ ਨੇ ਮਨੁੱਖ ਨੂੰ ਦਿੱਤੀ ਹੈ। ਭਾਸ਼ਾ ਨੂੰ ਸਮਝਣ ਦੀ, ਬੋਲਣ ਦੀ, ਢੰਗ ਦੇ ਨਾਲ ਜੀਭ ਨੂੰ ਪਲਟਾਉਣ ਦੀ, ਵੱਖ-ਵੱਖ ਸ਼ਬਦਾਂ ਨੂੰ ਉਚਾਰਨ ਕਰਨ ਦੀ ਸਮਰੱਥਾ ਉਸ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ, ਮਨੁੱਖਾਂ ਨੂੰ ਦਿੱਤੀ ਹੈ। ਬਾਕੀ ਜਿਹੜੀਆਂ ਜੂਨਾਂ ਹਨ ਉਹਨਾਂ ਦੇ ਅੰਦਰ ਜ਼ਿਆਦਾ ਸ਼ਬਦ ਨਹੀਂ ਹਨ।
ਪਰ ਮਨੁੱਖ ਦੀ ਜੇਬਾਂ ਦੇ ਵੀ ਬੜੇ ਔਗਣ ਹਨ। ਫਿੱਕਾ ਬੋਲਦੀ ਹੈ ਤੇ ਇਹ ਜੇਬਾਂ ਜਿਹੜੀ ਹੈ ਮਿੱਠਾ ਕਿਸੇ ਨਾਲ ਨਹੀਂ ਬੋਲਦੀ, ਕੌੜਾ ਬੋਲਦੀ ਹੈ। ਫਿਰ ਰਸਾਂ ਨੂੰ ਭੋਗਦੀ ਹੈ, ਤਰ੍ਹਾਂ ਤਰ੍ਹਾਂ ਦੇ ਸਵਾਦ ਚੱਖਦੀ ਹੈ। ਤੇ ਸਤਿਗੁਰੂ ਕਹਿੰਦੇ ਇਹਨੂੰ ਸਫਲ ਕਰ, ਇਹਨੂੰ ਸਫਲ ਬਣਾ। ਇਸ ਜੇਬਾ ਨੂੰ ਕਿਵੇਂ ਬਣਾਉਣਾ ਹੈ? ਉਹਦੇ ਗੁਣ ਗਾ ਕੇ। ਤੇ ਭਗਤ ਨਾਮਦੇਵ ਜੀ ਕਹਿੰਦੇ ਆ, ਮਨ ਮੇਰੋ ਗੱਜ, ਜੇਬਾ ਮੇਰੀ ਕਾਤੀ। ਕਾਤੀ ਕੈਂਚੀ ਹੈ ਜੇਬਾ ਮੇਰੀ। ਇਹ ਉਹ ਕੈਂਚੀ ਨਹੀਂ ਜਿਹਦੇ ਨਾਲ ਜਿੱਥੇ ਬੈਠ ਕੇ ਵਿਅਰਥ ਹੀ ਬੋਲਣਾ ਸ਼ੁਰੂ ਕਰ ਦਿੱਤਾ, ਜਾਂ ਬਿਨਾਂ ਫੂਲ ਫਜ਼ੂਲ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਭਗਤੀ ਜੀ ਕਹਿੰਦੇ ਮੈਂ ਇਸ ਕੈਂਚੀ ਦੇ ਨਾਲ ਕਰਦਾ ਕੀ ਆ? ਕੱਪੜੇ ਦਾ ਕੰਮ ਹੈ ਨਾਮਦੇਵ ਜੀ ਦਾ। ਕਹਿੰਦੇ ਮਨ ਮੇਰੋ ਗੱਜ, ਮਨ ਨੂੰ ਗੱਜ ਬਣਾਇਆ ਹੈ। ਜੇਬਾਂ ਮੇਰੀ ਕਾਤੀ, ਜੇਬਾਂ ਨੂੰ ਕੈਂਚੀ ਬਣਾਇਆ। ਤੇ ਕਰਦਾ ਕੀ ਪਿਆ ਹਾਂ ਮੈਂ? ਮੱਪ ਮੱਪ ਕਾਟੋ ਜਮ ਕੀ ਫਾਸੀ। ਮਿਣ ਮਿਣ ਕੇ ਜਮਾਂ ਦੀ ਫਾਈ ਕੱਟਦਾ ਪਿਆ, ਗੁਣ ਗਾ ਗਾ ਕੇ ਪਰਮੇਸ਼ਰ। ਉਸ ਵਾਹਿਗੁਰੂ ਦੇ ਅਕਾਲ ਪੁਰਖ ਦੇ ਗੁਣ ਗਾਉਣਾ। ਸਤਿਗੁਰ ਕਹਿੰਦੇ ਜੇ ਤੇਰੀ ਰਸਨਾ ਨਹੀਂ ਨਾ ਸਿਮਰਦੀ, ਭਗਤ ਸਾਹਿਬਾਨ ਕਹਿੰਦੇ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਵਾਹਿਗੁਰੂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ। ਨੈਣ ਨਾ ਦੇਖੇ ਨੈਣ ਸੇ ਨੈਣ ਬਿਹਾਲਿਆ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ। ਕਰਨ ਨਾ ਸੁਨਹੀ ਨਾਦ, ਕਰਨ ਮੁੰਦ ਘਾਲਿਆ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਐ। ਕਹਿੰਦੇ ਜੇ ਇਹਨਾਂ ਨੇ ਗੁਰੂ ਸਾਧ ਪਰਮੇਸ਼ਰ ਨੂੰ ਦੇਖਿਆ ਨਹੀਂ, ਜੇ ਇਹਨਾਂ ਕੰਨਾਂ ਨੇ ਪਰਮੇਸ਼ਰ ਦਾ ਭਜਨ ਸੁਣਿਆ ਨਹੀਂ, ਜੇ ਇਸ ਰਸਨਾ ਨੇ ਉਹਨੂੰ ਬੰਦਗੀ ਨਹੀਂ ਕੀਤੀ, ਫਿਰ ਉਸ ਅਕਾਲ ਪੁਰਖ ਨੂੰ ਨਹੀਂ ਭਜਿਆ ਤੇ ਦਿਨੋ ਦਿਨ ਘਟਦਾ ਹੈ ਬੰਦਾ। ਫਜ਼ੂਲ ਬੋਲਣ ਵਾਲਿਆਂ ਕੋਲ ਗੱਲਾਂ ਤੇ ਬਹੁਤ ਹੋਣਗੀਆਂ, ਪਰ ਅਧਿਆਤਮਿਕ ਗਿਆਨ ਨਹੀਂ ਹੁੰਦਾ ਵਾਧੂ ਬੋਲਣ ਵਾਲਿਆਂ ਕੋਲ। ਉਸ ਪਰਮੇਸ਼ਰ ਦਾ ਗਿਆਨ, ਉਸ ਅਕਾਲ ਪੁਰਖ ਦੀ ਰਮਜ਼ ਜਿਹੜੀ ਹੈ ਉਹ ਉਹਨਾਂ ਦੇ ਕੋਲ ਨਹੀਂ ਹੁੰਦੀ। ਬਹੁਤਾ ਬੋਲਣ ਚੱਖਣ ਹੋਏ। ਸਤਿਗੁਰੂ ਕਹਿੰਦੇ ਜ਼ਿਆਦਾ ਬੋਲਣਾ, ਵਿਅਰਥ ਬੋਲਣਾ ਚੱਖਣਾ। ਮਾਰੇ ਬੋਲਣਾ ਕੀ ਹੈ? ਤੇ ਉਹੀ ਸਾਨੂੰ ਗੁਰੂ ਸਾਹਿਬ ਅੱਜ ਸਮਝਾ ਰਹੇ ਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜੇਬਾ ਗੁਣ ਗੋਬਿੰਦ ਭਜੋ। ਇਸ ਜੇਬਾ ਦੇ ਨਾਲ ਗੋਬਿੰਦ ਦੇ ਗੁਣ ਜਿਹੜਾ ਉਹਦਾ ਭਜਨ ਕਰਨ ਸੁਣੋ ਹਰ ਨਾਮ। ਫਿਰ ਇਹਨਾਂ ਕੰਨਾਂ ਦੇ ਨਾਲ ਉਸ ਪਰਮੇਸ਼ਰ ਦੇ ਗੁਣਾਂ ਨੂੰ ਸੁਣਨਾ ਵੀ ਕਰ। ਸੁਣਿਆ ਦੁੱਖ ਪਾਪ ਕਾ ਨਾਸ਼, ਸੁਣ ਤੇਰੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਵੇ। ਸਤਿਗੁਰ ਕਹਿੰਦੇ ਕੰਨਾਂ ਦੇ ਨਾਲ ਉਸ ਪਰਮੇਸ਼ਰ ਦੇ ਗੁਣ ਭਗਤ ਧੰਨਾ ਜੀ ਨੇ ਸੁਣੇ ਕੰਨਾਂ ਦੇ ਨਾਲ। ਇਹ ਬਿਦ ਸੁਣ ਕੇ ਜਾਟਰੋ, ਸੁਣ ਕੇ ਇਹ ਬਿਦ ਸੁਣ ਕੇ ਜਾਟਰੋ, ਉੱਠ ਭਗਤੀ ਲੱਗਾ। ਫਿਰ ਹੋਇਆ ਕਿ ਮਿਲੈ ਪ੍ਰਤੱਖ ਗੁਸਾਈਆਂ, ਧੰਨਾ ਵਡਭਾਗਾ। ਤੇ ਸੁਣਿਆ ਕੀ ਹੈ? ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਆਡ ਦਾਮ ਕੋ ਸ਼ੀਪਰੋ ਹੋਇਓ ਲਾਕੀਣਾ। ਇਹ ਸੁਣਿਆ ਹੈ ਕਿ ਉਸ ਪਰਮੇਸ਼ਰ ਦੇ ਗੁਣ ਗਾ ਕੇ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਨਾਮ ਦੇ ਵਿੱਚ ਜੁੜ ਗਿਆ। ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਤਨਨਾ ਬੁਣਾ ਤਿਆਗ ਕੇ ਚਿਤ ਚਰਨ ਕਬੀਰਾ, ਭਇਓ ਗੁਣੀ ਗਾਹੀਰਾ। ਸਤਿਗੁਰੂ ਕਹਿੰਦੇ ਆ ਕਿ ਭਗਤ ਕਬੀਰ ਜੀ ਦਾ ਜਸ ਸੁਣਿਆ ਕਿ ਉਹਨਾਂ ਤੰਨਾ ਬੁਨਾ ਛੱਡ ਕੇ ਪਰਮੇਸ਼ਰ ਨੂੰ ਭਜਿਆ ਤੇ ਗੁਣਿਆਂ ਦੇ ਖਜ਼ਾਨੇ ਹੋ ਗਏ। ਭਇਓ ਗੁਣੀ ਗਹੀਰਾ। ਸੈੜ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਕਹਿੰਦੇ ਸੈੜ ਨਾਈ ਸੀ ਜਿਹੜਾ, ਉਹ ਘਰ ਘਰ ਸੁਣਿਆ ਗਿਆ। ਤੇ ਜਦੋਂ ਭਗਤ ਧੰਨਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਜੇ ਇਹਨਾਂ ਨੇ ਪਰਮੇਸ਼ਰ ਦੇ ਗੁਣ ਸੁਣ ਕੇ, ਉਹਦੇ ਗੁਣ ਗਾ ਕੇ ਪ੍ਰਾਪਤ ਕਰ ਲਿਆ, ਫਿਰ ਕੀ ਹੋਇਆ? ਇਹ ਬਿਦ ਸੁਣ ਕੇ ਜਾਟਰੋ। ਕਹਿੰਦੇ ਫਿਰ ਸੁਣ ਕੇ ਇਹ ਜੱਟ ਜਿਹੜਾ ਭਗਤ ਧੰਨਾ ਹੈ, ਉੱਠ ਭਗਤੀ ਲੱਗਾ, ਫਿਰ ਭਗਤੀ 'ਚ ਲੱਗਾ।
ਬੜਾ ਪ੍ਰਭਾਵ ਪੈਂਦਾ ਹੈ ਸਾਧ ਸੰਗਤ ਸੁਣਨ ਦੇ ਨਾਲ ਜੀਵਨ ਦੇ ਉੱਤੇ ਸੁਣਨ ਦੇ ਨਾਲ ਤੇ ਦੇਖਣ ਦੇ ਨਾਲ ਸਭ ਤੋਂ ਵੱਧ ਪ੍ਰਭਾਵ ਪੈਂਦਾ, ਤੇ ਤੀਸਰਾ ਪੜ੍ਹਨ ਦੇ ਨਾਲ ਪ੍ਰਭਾਵ ਪੈਂਦਾ। ਜਿਵੇਂ ਦਾ ਤੁਸੀਂ ਦੇਖੋਗੇ, ਜਿਵੇਂ ਦਾ ਤੁਸੀਂ ਸੁਣੋਗੇ ਤੇ ਜਿਵੇਂ ਦਾ ਪੜ੍ਹੋਗੇ, ਉਹ ਲਾਜ਼ਮੀ ਹੈ ਤੁਹਾਡੇ ਜੀਵਨ ਦੇ ਵਿੱਚ ਉਹਦਾ ਪ੍ਰਭਾਵ ਪਵੇਗਾ। ਆ ਟੀਵੀ ਦੇ ਉੱਪਰ ਐਡਸ ਆਉਂਦੀਆਂ, ਐਡਵਰਟਾਈਜ਼ਮੈਂਟ, ਉਹ ਕੀ ਕਰਦੇ ਆ? ਸਾਨੂੰ ਸੁਣਾਉਂਦੇ ਆ ਤੇ ਨਾਲੇ ਦਿਖਾਉਂਦੇ ਆ। ਅਖਬਾਰਾਂ ਦੇ ਉੱਪਰ ਕੀ ਆਉਂਦਾ ਹੈ? ਐਡਵਰਟਾਈਜ਼ਮੈਂਟ ਆਉਂਦੀ ਹੈ, ਉਹ ਅਸੀਂ ਪੜ੍ਹਦੇ ਹਾਂ ਤੇ ਬੰਦਾ ਪ੍ਰਭਾਵਿਤ ਹੁੰਦਾ, ਫਿਰ ਉਸ ਬ੍ਰਾਂਡ ਨੂੰ, ਉਸ ਚੀਜ਼ ਨੂੰ ਲੱਭਣ ਵਾਸਤੇ ਬਾਜ਼ਾਰ 'ਚ ਜਾਂਦਾ ਹੈ। ਪ੍ਰਭਾਵ ਪੈਂਦਾ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਇਸ ਗੱਲ ਦਾ ਪ੍ਰਭਾਵ ਪੈਂਦਾ ਹੈ, ਸੁਣ ਕੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ। ਆਪ ਸੁਣ ਰਹੇ ਹੋ ਪਰਮੇਸ਼ਰ ਦੇ ਗੁਣ, ਜੀਵਨ ਚ ਆਉਣਗੇ ਵੀ, ਸਤਿਗੁਰੂ ਕਿਰਪਾ ਕਰਨਗੇ ਵੀ, ਜਿਨ੍ਹਾਂ ਦੇ ਉੱਤੇ ਕਿਰਪਾ ਹੈ ਬਖਸ਼ੇ ਹੋਏ ਬੈਠੇ ਆ। ਸਤਿਗੁਰ ਕਹਿੰਦੇ ਜੀਵਾ ਗੁਣ ਗੋਬਿੰਦ ਭਜੋ, ਇਸ ਜੀਵਾ ਦੇ ਨਾਲ, ਇਸ ਜੀਵ ਦੇ ਨਾਲ ਪਰਮੇਸ਼ਰ ਦੇ ਗੁਣ ਗਾਉਣਾ ਕਰ। ਕਰਨ ਸੁਣੋ ਹਰ ਨਾਮ, ਕੰਨਾਂ ਦੇ ਨਾਮ, ਉਹ ਨਾਲ ਉਸ ਹਰੀ ਦਾ ਜਸ, ਉਸ ਪਰਮੇਸ਼ਰ ਦਾ ਜਸ ਸੁਣ। ਕਹੋ ਨਾਨਕ, ਸਤਿਗੁਰੂ ਕਹਿੰਦੇ ਕਹੋ ਨਾਨਕ, ਸੁਨ ਰੇ ਮਨਾ, ਪਰੈ ਨਾ ਜਮ ਕੈ ਧਾਮ। ਜਮਾਂ ਦੇ ਰਸਤੇ ਦੇ ਉੱਪਰ, ਜਮਾਂ ਦੇ ਧਾਮ, ਜਮਾਂ ਦੇ ਘਰ, ਮੌਤ ਦੇ ਘਰ ਉਹ ਮਨੁੱਖ ਨਹੀਂ ਜਾਵੇ ਜਿਹੜਾ ਇਹ ਕਾਰਜ ਕਰ ਲਵੇਗਾ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਧਾਰ। ਜੀਵਨ ਮੁਕਤ ਜਿਹੜਾ ਹੁੰਦਾ ਹੈ, ਜਿਸ ਦੇ ਜੀਵਨ ਦੇ ਵਿੱਚੋਂ ਬੰਧਨ ਕੱਟੇ ਗਏ, ਉਹ ਆਪ ਤੇ ਤਰਦਾ ਹੈ, ਦੂਸਰਿਆਂ ਨੂੰ ਵੀ ਤਾਰ ਲੈਂਦਾ ਹੈ, ਦੂਸਰਿਆਂ ਦੀ ਬੰਦ ਖਲਾਸੀ ਵੀ ਕਰ ਦਿੰਦਾ। ਤੇ ਸਤਿਗੁਰੂ ਕਹਿੰਦੇ ਜੋ ਪ੍ਰਾਣੀ ਮਮਤਾ ਤਜੈ। ਮਮਤਾ ਕੀ ਹੈ? ਜੁੜੇ ਹੋਏ ਆ ਮਾਇਆ ਦੇ ਨਾਲ, ਹਰ ਚੀਜ਼ ਮਾਇਆ ਹੈ, ਉਹਦੇ ਨਾਲ ਜੁੜਨਾ ਹੀ ਮਮਤਾ ਹੈ। ਜੁੜ ਜਾਣਾ, ਜਿਹੜੀ ਵਸਤੂ ਦਿਖਦੀ ਆ, ਦਿਖਦੇ ਹੋਏ ਨਾਲ ਜੁੜ ਜਾਣਾ, ਪਰਮੇਸ਼ਰ ਨੂੰ ਭੁੱਲ ਜਾਣਾ। ਸਤਿਗੁਰੂ ਕਹਿੰਦੇ ਜੋ ਪ੍ਰਾਣੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਲੋਭ ਮੋਹ ਤੇ ਹੰਕਾਰ ਛੱਡ ਦੇਵੇ। ਸਤਿਗੁਰਾਂ ਨੇ ਇੱਕ ਗੁਰਬਾਣੀ 'ਚ ਸਾਧ ਸੰਗਤ ਬੜੀ ਸੁੰਦਰ ਉਦਾਹਰਨ ਦਿੱਤੀ ਹੈ ਮਮਤਾ ਦੀ। ਸਤਿਗੁਰ ਕਹਿੰਦੇ ਇੱਕ ਬਾਂਦਰ, ਉਹਦੇ ਮਨ ਵਿੱਚ ਭੁੱਖ ਲੱਗੀ ਹੈ, ਉਹਨੂੰ ਤੇ ਮਨ 'ਚ ਆਇਆ ਕੁਝ ਖਾਵਾਂ। ਇੰਨੇ ਨੂੰ ਇੱਕ ਸ਼ਿਕਾਰੀ ਆਇਆ, ਉਹਨੇ ਕੀ ਕੀਤਾ ਕਿ ਕੁਝ ਛੋਲੇ ਦੇ ਦਾਣੇ ਜਿਹੜੇ ਸੀ, ਉਹ ਇੱਕ ਛੋਟੇ ਮੂੰਹ ਵਾਲੇ ਭਾਂਡੇ ਦੇ ਵਿੱਚ ਪਾਏ ਤੇ ਪਾ ਕੇ ਰੱਖ ਦਿੱਤੇ। ਤੇ ਜਦੋਂ ਰੱਖ ਦਿੱਤੇ ਤੇ ਬਾਂਦਰ ਨੇ ਵੇਖਿਆ ਭੁੱਖ ਲੱਗੀ ਸੀ, ਭੱਜਾ ਆਇਆ, ਮੁੱਠੀ ਭਰੀ ਵਿੱਚੋਂ। ਤੇ ਜਦੋਂ ਮੁੱਠੀ ਭਰੀ ਤੇ ਉਹ ਕੀ ਹੋਇਆ ਕਿ ਜਦੋਂ ਹੱਥ ਵਿੱਚ ਪਾਇਆ, ਉਦੋਂ ਤੇ ਹੱਥ ਛੋਟਾ ਸੀ, ਜਦੋਂ ਵਿੱਚ ਪਾ ਕੇ ਹੱਥ ਦੇ ਨਾਲ ਛੋਲੇ ਫੜ ਲਏ ਤੇ ਮੁੱਠੀ ਜ਼ਿਆਦਾ ਭਰ ਗਈ। ਜਦੋਂ ਬਾਹਰ ਕੱਢਣ ਲੱਗਾ ਤੇ ਕੱਢਿਆ ਨਾ ਜਾਵੇ ਹੱਥ। ਨਾ ਹੁਣ ਉਹ ਛੋਲੇ ਜਿਹੜੇ ਹੱਥ 'ਚ ਫੜੇ ਛੱਡਣ ਨੂੰ ਦਿਲ ਕਰਦਾ ਹੈ, ਤੇ ਜੇ ਛੱਡਦਾ ਹੈ ਤੇ ਖਾਲੀ ਹੱਥ ਬਾਹਰ ਆਉਂਦਾ ਤੇ ਭੁੱਖਾ ਰਹਿੰਦਾ ਹੈ। ਇਹੀ ਹਾਲਤ ਸਾਡੀ ਹੈ ਨਾ। ਮਾਇਆ ਨੂੰ ਫੜਿਆ ਹੋਇਆ ਅਸੀਂ, ਮਾਇਆ ਨੇ ਸਾਨੂੰ ਨਹੀਂ ਫੜਿਆ ਹੋਇਆ, ਅਸੀਂ ਮਾਇਆ ਨੂੰ ਫੜਿਆ ਹੋਇਆ, ਛੱਡਦੇ ਨਹੀਂ। ਸਤਿਗੁਰ ਕਹਿੰਦੇ ਮਰਕਟ ਮੁਸ਼ਟੀ ਅਨਾਜ ਕੀ, ਮਨ ਬੌਰਾ ਰੇ, ਲੀਨੀ ਹਾਥ ਪਸਾਰ। ਛੂਟਣ ਕੋ ਸਹਿਸਾ ਭਰਿਆ, ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਮਰਕਟ ਹੁੰਦਾ ਬਾਂਦਰ। ਕਹਿੰਦੇ ਬਾਂਦਰ ਨੇ ਫੜ ਲਈ ਹੈ ਛੋਲਿਆਂ ਦੀ ਮੁੱਠ ਤੇ ਫੜਿਆ ਗਿਆ, ਸ਼ਿਕਾਰੀ ਦੇ ਦਾਅ ਆ ਗਿਆ, ਉਹਨੇ ਗਾਂ ਵੇਚ ਦਿੱਤਾ ਇਹ ਤਮਾਸ਼ਾ ਵਿਖਾਉਣ ਵਾਲੇ ਨੂੰ। ਤੇ ਫਿਰ ਹੋਇਆ ਕਿ ਘਰ ਘਰ ਬਾਰ ਨੱਚਦਾ ਫਿਰਦਾ ਹੈ। ਸਾਡੀ ਵੀ ਇਹੀ ਹਾਲਤ ਹੈ ਨਾ, ਨੱਚਦੇ ਹੀ ਫਿਰਦੇ ਮਾਇਆ ਦੇ ਪਿੱਛੇ ਲੱਗ ਕੇ, ਕਿਤੇ ਕਿਤੇ ਭੱਜੇ ਫਿਰਦੇ, ਕਿਤੇ ਕਿਤੇ। ਇਹ ਮਮਤਾ ਹੈ। ਮਮਤਾ ਕਰਕੇ ਅਸੀਂ ਮਾਇਆ ਦੇ ਨਾਲ ਜੁੜੇ ਹਾਂ। ਮਹਾਰਾਜ ਕਹਿੰਦੇ ਲੋਭ, ਜਿਹੜੀਆਂ ਵਸਤੂਆਂ ਅਪਹੁੰਚ ਹਨ, ਉਹਨਾਂ ਦੀ ਧੱਕੇ ਦੇ ਨਾਲ ਉਹਨਾਂ ਤੱਕ ਪਹੁੰਚ ਕਰਨੀ, ਲਾਲਸਾ ਪੈਦਾ ਹੋਣੀ, ਲੋਭ ਹੈ। ਪ੍ਰਾਪਤ ਵਸਤੂਆਂ ਦੀ ਤ੍ਰਿਸ਼ਨਾ, ਲੋਭ ਮੋਹ। ਮੋਹ ਜਿਹੜਾ ਹੈ ਪਰਿਵਾਰ ਦਾ ਵੀ ਹੋ ਸਕਦਾ, ਮਾਇਆ ਧਨ ਸੰਪਤੀ ਦਾ ਵੀ ਹੋ ਸਕਦਾ, ਹਰ ਵਸਤੂ ਦਾ ਮੋਹ ਹੋ ਸਕਦਾ।
ਹੰਕਾਰ ਚੀਜ਼ਾਂ ਦਾ ਹੁੰਦਾ, ਮੇਰੇ ਵਰਗਾ ਕੋਈ ਨਹੀਂ। ਮਹਾਰਾਜ ਕਹਿੰਦੇ ਜਿਹੜਾ ਮਨੁੱਖ ਇਹਨਾਂ ਨੂੰ ਛੱਡ ਦਵੇ, ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਣ ਤਰੈ। ਆਪਣਾ ਆਪ ਤੇ ਉਹ ਤਰ ਜਾਂਦਾ ਹੈ, ਔਰਨ ਲੇਤ ਉਧਾਰ, ਦੂਸਰਿਆਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ। ਆਪ ਤਰਿਆ ਹੁੰਦਾ ਹੈ, ਦੂਸਰਿਆਂ ਦਾ ਪਾਰ ਉਤਾਰਾ ਕਰਨ ਦੇ ਸਮਰੱਥ ਹੋ ਜਾਂਦਾ ਹੈ ਮਨੁੱਖ, ਜਿਹੜਾ ਮਮਤਾ ਛੱਡ ਦਿੰਦਾ ਹੈ, ਮੋਹ ਛੱਡ ਦਿੰਦਾ ਹੈ, ਲੋਭ ਹੰਕਾਰ ਛੱਡ ਦਿੰਦਾ ਹੈ। ਜਿਉ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਨ, ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਸਾਧ ਸੰਗਤ, ਸੁਪਨੇ ਦੀ ਗੱਲ ਸਤਿਗੁਰਾਂ ਨੇ ਕੀਤੀ ਹੈ। ਸੁਪਨਾ ਇੱਕ ਬੜਾ ਵੱਡਾ ਭਰਮ ਹੈ। ਸੁਪਨਾ ਜੋ ਹੈ ਬਹੁਤ ਵੱਡਾ ਭਰਮ ਹੈ। ਸੁਪਨੇ ਦੇ ਵਿੱਚ ਮਨੁੱਖ ਭਿਖਾਰੀ ਵੀ ਬਣ ਜਾਂਦਾ ਹੈ ਤੇ ਸੁਪਨੇ ਦੇ ਵਿੱਚ ਰਾਜਾ ਵੀ ਬਣ ਜਾਂਦਾ ਹੈ, ਪਰ ਜਦੋਂ ਉੱਠਦਾ ਮੰਜੇ ਤੇ ਉਸੇ ਤਰ੍ਹਾਂ ਪਿਆ। ਸਤਿਗੁਰ ਕਹਿੰਦੇ ਜਿਵੇਂ ਸੁਪਨੇ ਦੇ ਵਿੱਚ ਵੇਖਣਾ ਤੈਨੂੰ ਮਿਲਦਾ ਹੈ, ਜਿਵੇਂ ਸੁਪਨੇ 'ਚ ਤੂੰ ਦੇਖਦਾ ਹੈ ਕੁਛ, ਜਿਉਂ ਸੁਪਨਾ ਅਰ ਵੇਖਣਾ, ਜਿਵੇਂ ਸੁਪਨਾ ਲੈਂਦਾ ਹੋਇਆਂ ਤੂੰ ਕੁਛ ਵੇਖਦਾ ਹੈ। ਤੇ ਭਗਤ ਜੀ ਕਹਿੰਦੇ ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਸਾਡੀ ਵੀ ਇਹ ਗੱਤ ਆ, ਸੁਪਨੇ ਦੇ ਵਿੱਚ ਹਾਂ ਭਿਖਾਰੀ ਬਣੇ ਫਿਰਦੇ ਆ, ਮੰਗਦੇ ਫਿਰਦੇ ਦਰ ਦਰ ਤੇ, ਪਰਮੇਸ਼ਰ ਨੂੰ ਭੁੱਲ ਕੇ ਮੰਗਦੇ ਹੀ ਆ ਨਾ ਅਸੀਂ। ਇਹ ਹਾਲਤ ਹੈ, ਕਹਿੰਦੇ ਜਿਵੇਂ ਕੋਈ ਰਾਜਾ ਸੌਂ ਜਾਵੇ ਤੇ ਸੁਪਨੇ 'ਚ ਭਿਖਾਰੀ ਬਣ ਜੇ, ਤੇ ਭਿਖਾਰੀ ਬਣ ਕੇ ਦਰ ਦਰ ਤੇ ਮੰਗਦਾ ਫਿਰੇ। ਕਹਿੰਦੇ ਇਹ ਹਾਲਤ ਸਾਡੀ ਹੈ, ਅਸੀਂ ਵੀ ਭਿਖਾਰੀ ਬਣੇ ਆ। ਕਿਉਂਕਿ ਅਸੀਂ ਸੰਸਾਰ ਨੂੰ ਸੱਚ ਕਰਕੇ ਜਾਣਦੇ। ਜੋ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਣ, ਜਗਤ ਨੂੰ ਇਸ ਤਰ੍ਹਾਂ ਸਮਝ ਜਿਵੇਂ ਸਾਰਾ ਸੁਪਨਾ ਹੈ। ਸਾਰਾ ਜਗਤ, ਸਾਰਾ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ, ਜੇ ਸਮਝ ਲਵੇਂਗਾ ਤੇ ਕੁਛ ਬਣ ਸਕਦਾ ਹੈ। ਕਹਿੰਦੇ ਕਿਸੇ ਗੁਰਮੁਖ ਦੇ ਕੋਲ ਇੱਕ ਚਲਾ ਗਿਆ, ਕਹਿੰਦਾ ਜੀ ਮੈਨੂੰ ਸੁਪਨੇ ਆਉਂਦੇ ਆ। ਕਹਿੰਦਾ ਮੈਂ ਸੁਪਨੇ ਦੇ ਵਿੱਚ ਦੇਖਦਾ ਕਿ ਮੈਨੂੰ ਨੋਟ ਬੜੇ ਮਿਲਦੇ, ਪੈਸਾ ਬੜਾ ਮਿਲਦਾ। ਕਹਿੰਦਾ ਮੈਨੂੰ ਦਿਖਦੇ ਆ ਸੁਪਨੇ 'ਚ ਨੋਟ, ਪਰ ਜਦੋਂ ਕਹਿੰਦਾ ਮੈਂ ਫੜਨ ਲੱਗਦਾ ਤੇ ਉਦੋਂ ਮੇਰੀ ਜਾਗ ਖੁੱਲ ਜਾਂਦੀ ਹੈ। ਉਹ ਗੁਰਮੁਖ ਕਹਿੰਦਾ ਚੱਲ ਮੈਂ ਪਰਮੇਸ਼ਰ ਅੱਗੇ, ਵਾਹਿਗੁਰੂ ਅੱਗੇ ਅਰਦਾਸ ਕਰਦਾ ਤੇ ਉਹਨੂੰ ਨੋਟ ਜਿਹੜਾ ਹੈ ਉਹ ਨਾ ਦਿਖਣ, ਪੈਸੇ ਤੈਨੂੰ ਨਾ ਦਿਖਣ ਸੁਪਨੇ 'ਚ। ਉਹ ਕਹਿੰਦਾ ਨਾ ਨਾ ਨਾ, ਇਹ ਅਰਦਾਸ ਨਹੀਂ ਕਰਨੀ। ਅਰਦਾਸ ਇਹ ਕਰੋ ਕਿ ਜਦੋਂ ਮੈਂ ਫੜਨ ਲੱਗਦਾ ਤੇ ਉਹ ਛੁੱਟ ਜਾਂਦੇ, ਇਹ ਅਰਦਾਸ ਕਰੋ ਕਿ ਮੇਰੇ ਹੱਥ ਆ ਜਾਣ। ਉਹ ਗੁਰਮੁਖ ਕਹਿੰਦਾ ਭਾਈ ਜੇ ਫੜ ਵੀ ਲਏਗਾ ਫਾਇਦਾ ਤਾਂ ਵੀ ਨਹੀਂ ਹੋਇਆ, ਕਿਉਂਕਿ ਸੁਪਨਾ ਜਦੋਂ ਖੁੱਲ ਗਿਆ ਫਿਰ ਉਸੇ ਤਰ੍ਹਾਂ ਦਾ ਹੋ ਜਾਣਾ। ਮਨੁੱਖ ਸੁਪਨੇ ਕਰਕੇ ਵੀ ਕਈ ਵਾਰੀ ਜਿਹੜਾ ਹੈ ਨਾ ਉਹ ਮਾਇਆ ਧਾਰੀ ਹੀ ਰਹਿੰਦਾ। ਕਹਿੰਦਾ ਹੁਣ ਜਿਹੋ ਜਿਹਾ ਸੁਪਨਾ ਆਇਆ, ਆਉਂਦੇ ਆ ਸੁਪਨੇ। ਕਈ ਜਿਹੜੇ ਰਾਜੇ ਹੁੰਦੇ ਆ, ਜਿਨ੍ਹਾਂ ਕੋਲ ਧਨ ਪਦਾਰਥ ਬਹੁਤਾ ਹੁੰਦਾ, ਉਹਨਾਂ ਨੂੰ ਕਈ ਭਿਖਾਰੀ ਬਣਨ ਦੇ ਸੁਪਨੇ ਆਉਂਦੇ, ਤੇ ਕਈ ਭਿਖਾਰੀ ਐਸੇ ਹੁੰਦੇ ਜਿਨ੍ਹਾਂ ਨੂੰ ਧਨ ਸੰਪਤੀ ਦੇ ਸੁਪਨੇ ਆਉਂਦੇ। ਸਤਿਗੁਰੂ ਕਹਿੰਦੇ ਜਗਤ ਨੂੰ ਭਾਈ ਇਸ ਤਰ੍ਹਾਂ ਜਾਣ ਜਿਵੇਂ ਸੁਪਨਾ ਹੈ, ਸੁਪਨੇ ਦੇ ਵਿੱਚ ਦੇਖਦਾ ਹੈ, ਇਸੇ ਤਰ੍ਹਾਂ ਜਗਤ ਨੂੰ ਦੇਖੇ। ਠੀਕ ਹੈ, ਪ੍ਰਤੱਖ ਹੈ ਸਾਰੀਆਂ ਚੀਜ਼ਾਂ, ਪਰ ਸੁਪਨੇ ਨਿਆਈ ਜਾਣੇ ਕਿ ਸਦੀਵੀ ਨਹੀਂ ਰਹਿਣੀ। ਕਿਉਂ? ਸਦੀਵੀ ਹਨ, ਦਿਖਦੀਆਂ ਹਨ ਸਾਨੂੰ, ਪਰ ਸਦੀਵੀ ਰਹਿਣੀਆਂ ਨਹੀਂ। ਕਿਉਂ ਨਹੀਂ ਰਹਿਣੀਆਂ ਸਾਧ ਸੰਗਤ? ਜਦੋਂ ਅਸੀਂ ਚਲੇ ਜਾਵਾਂਗੇ ਇਹਨਾਂ ਦਾ ਕੋਈ ਮਤਲਬ ਨਹੀਂ ਰਹਿਣਾ। ਤਾਂ ਕਰਕੇ ਇਹ ਝੂਠੀਆਂ ਹਨ, ਤਾਂ ਕਰਕੇ ਸੁਪਨਾ ਹੈ। ਜਿੰਨਾ ਚਿਰ ਅਸੀਂ ਹਾਂ ਜਨਮ ਲਿਆ ਹੈ, 30 ਸਾਲ ਦੀ 40 ਸਾਲ ਦੀ ਆਰਜਾ ਹੋ ਗਈ, ਸੱਚ ਦਿਖਦਾ ਪਿਆ ਹੈ, ਪਰ ਕੱਲ ਨੂੰ ਨਹੀਂ ਹੋਵਾਂਗੇ ਤੇ ਖਤਮ ਹੋ ਜਾਵੇਗਾ। ਝੂਠ ਹੈ, ਸਦੀਵੀ ਸੱਚ ਨਹੀਂ। ਸਤਿਗੁਰ ਕਹਿੰਦੇ ਇਸ ਤਰ੍ਹਾਂ ਜਾਣ ਜਿਉ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਨ, ਇਨ ਮੈਂ ਕਛ ਸਾਚੋ ਨਹੀਂ, ਕੁਛ ਵੀ ਸਾਚਾ ਨਹੀਂ ਹੈ। ਕੀ ਸੱਚ ਹੈ? ਨਾਨਕ ਬਿਨ ਭਗਵਾਨ, ਬਿਨਾ ਭਗਵਾਨ ਤੋਂ, ਪਰਮੇਸ਼ਰ ਤੋਂ ਬਿਨਾ ਕੁਝ ਵੀ ਸੱਚ ਨਹੀਂ। ਉਸ ਅਕਾਲ ਪੁਰਖ ਤੋਂ ਬਿਨਾ ਕੁਝ ਵੀ ਸੱਚ ਨਹੀਂ ਹੈ। ਤੇ ਸੰਸਾਰ ਨੂੰ ਸੁਪਨਾ ਕਰਕੇ ਜਾਣੀਏ ਤੇ ਉਸ ਪਰਮੇਸ਼ਰ ਨੂੰ ਪਛਾਣੀਏ। ਨਿਸ ਦਿਨ ਮਾਇਆ ਕਾਰਣੇ,
ਪ੍ਰਾਨੀ ਡੋਲਤ ਨੀਤ, ਕੋਟਨ ਮੈਂ ਨਾਨਕ ਕੋ, ਨਾਰਾਇਣ ਜਿਹੇ ਚੀਤ। ਸਤਿਗੁਰੂ ਕਹਿੰਦੇ ਨਿਸ ਦਿਨ, ਨਿਸ ਦਾ ਅਰਥ ਹੁੰਦਾ ਰਾਤ, ਤੇ ਦਿਨ ਮਾਇਆ ਕਾਰਨੇ, ਮਾਇਆ ਦਾ ਕਰਕੇ। ਪ੍ਰਾਨੀ ਡੋਲਤ ਨੀਤ, ਪ੍ਰਾਣੀ ਡੋਲਦਾ ਹੈ, ਸੰਸਾਰ ਦੀ ਮਾਇਆ ਕਰਕੇ ਡੋਲਦਾ ਹੈ। ਸਰੀਰ ਨਹੀਂ ਡੋਲਦਾ, ਸਾਧ ਸੰਗਤ, ਮਨ ਡੋਲਦਾ ਹੈ। ਸਰੀਰ ਦਾ ਕੀ ਹੈ, ਦੋ ਪ੍ਰਸ਼ਾਦੇ ਛਕ ਲਏ, ਟਿਕ ਗਿਆ, ਆਰਾਮ ਨਾਲ ਸੌਂ ਗਿਆ। ਸਰੀਰ ਥੋੜੀ ਡੋਲਦਾ ਹੈ, ਮਨ ਡੋਲਦਾ ਹੈ। ਮਨ ਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ, ਵਾਰ-ਵਾਰ ਮਨ ਭੱਜਦਾ ਹੈ ਮਾਇਆ ਵੱਲ। ਸਹਿਸ ਖਟੇ ਲੱਖ ਕਉ ਉੱਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਤੇ ਭਗਤ ਜੀ ਕਹਿੰਦੇ ਮੈਂ ਡੋਲਣ ਵਾਲੀ ਇਸ ਮਾਇਆ ਤੋਂ ਪਿੱਛਾ ਛੁਡਾ ਲਿਆ, ਤੇ ਹੁਣ ਮੈਂ ਉਸ ਅਡੋਲ ਨਾਲ ਟਿਕ ਗਿਆ। ਨਾ ਤੇ ਉਹ ਡੋਲਦਾ ਹੈ ਤੇ ਨਾ ਹੀ ਮੈਨੂੰ ਡੋਲਣ ਦਿੰਦਾ। ਕਹਿੰਦੇ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਹੁਣ ਮੇਰੀ ਰੱਖਿਆ ਹੋ ਗਈ, ਕਿਉਂਕਿ ਅਡੋਲ ਨਾਲ ਜੁੜ ਗਏ। ਮਾਇਆ ਡਲਾਉਂਦੀ ਹੈ ਸਾਨੂੰ, ਦਿਨ ਰਾਤ ਡਲਾਉਂਦੀ ਹੈ। ਮਨੁੱਖ ਡਰਦਾ ਹੈ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ। ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਦੋਹਾਂ ਅਵਸਥਾ ਤੋਂ ਮੁਕਤ ਹੋਣਾ ਹੈ। ਡੋਲਦਾ ਹੈ ਜਿਹਦੇ ਕੋਲ ਜ਼ਿਆਦਾ ਧਨ ਹੈ, ਖੋਹਣ ਦਾ ਡਰ ਹੈ, ਖਤਮ ਹੋਣ ਦਾ, ਲੁੱਟ ਜਾਣ ਦਾ ਡਰ ਹੈ, ਘਾਟਾ ਪੈਣ ਦਾ ਡਰ ਹੈ। ਜਿਹਦੇ ਕੋਲ ਹੈ ਹੀ ਨਹੀਂ, ਉਹਨੂੰ ਪ੍ਰਾਪਤੀ ਦਾ ਡਰ ਹੈ, ਕਿਸੇ ਨਾ ਕਿਸੇ ਤਰ੍ਹਾਂ ਧਨ ਵੱਧ ਆ ਜਾਵੇ। ਜਿਹਦੇ ਕੋਲ ਜ਼ਿਆਦੀ ਹੈ, ਮਹਾਰਾਜ ਕਹਿੰਦੇ ਉਹ ਵੀ ਡੋਲਦਾ, ਜਿਹਦੇ ਕੋਲ ਹੈ ਨਹੀਂ ਉਹ ਵੀ ਡੋਲਦਾ। ਸਤਿਗੁਰ ਕਹਿੰਦੇ ਆ ਭਾਈ, ਨਿਸ ਦਿਨ ਮਾਇਆ ਕਾਰਣੇ ਪ੍ਰਾਣੀ ਡੋਲਤ ਨੀਤ। ਨਿਤ ਡੋਲਦਾ ਹੈ ਮਨੁੱਖ ਮਾਇਆ ਦੇ ਵਿੱਚ। ਮਾਇਆ ਜਿਹੜੀ ਹੈ ਇਹਨੂੰ ਭਰਮਾਉਂਦੀ ਹੈ। ਤੇ ਸਤਿਗੁਰੂ ਕਹਿੰਦੇ ਕੋਟਣ ਮੈਂ ਨਾਨਕ ਕੋ, ਨਾਰਾਇਣ ਜਿਹੇ ਚੀਤ। ਹਰੇਕ ਨਹੀਂ ਇਹਦੇ ਤੋਂ ਮੁਕਤ ਹੁੰਦਾ, ਕੋਈ ਕਰੋੜਾਂ ਚੋਂ ਇੱਕ ਮੁਕਤ ਹੁੰਦਾ। ਸਾਧ ਸੰਗਤ, ਜੰਗਲ ਬਹੁਤ ਹਨ, ਪਰ ਚੰਦਨ ਕੋਈ ਟਾਵਾਂ ਵਿਰਲਾ ਹੁੰਦਾ ਹੈ। ਚੰਦਨ ਦਾ ਰੁੱਖ। ਪੱਥਰ ਬਹੁਤ ਹਨ, ਪਰ ਹੀਰਾ ਟਾਵਾਂ ਵਿਰਲਾ ਹੁੰਦਾ ਹੈ। ਪੱਥਰ ਹਰ ਜਗ੍ਹਾ ਮਿਲ ਜਾਂਦੇ ਆ, ਪਰ ਹੀਰੇ ਨੂੰ ਲੱਭਣਾ ਪੈਂਦਾ ਹੈ। ਜੰਗਲ ਦੇ ਵਿੱਚ ਲੱਕੜਾਂ ਬਹੁਤ ਹੋਣਗੀਆਂ, ਪਰ ਚੰਦਨ ਨੂੰ ਲੱਭਣਾ ਪੈਂਦਾ। ਮਹਾਰਾਜ ਕਹਿੰਦੇ ਚੰਦਨ ਤੇ ਇਹ ਹੀਰਾ, ਇਹ ਜਿਹੜੀਆਂ ਮਹਿੰਗੀਆਂ ਵਸਤੂਆਂ ਹਨ, ਇਹ ਘੱਟ ਮਿਲਦੀਆਂ ਹਨ, ਲੱਭਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਹਰ ਕੋਈ ਗੁਰਮੁਖ ਨਹੀਂ ਹੁੰਦਾ, ਹਰ ਕੋਈ ਮਾਇਆ ਤੋਂ ਨਹੀਂ, ਮਾਇਆ ਦੀ ਇਸ ਡੋਲਤਾ ਤੋਂ ਮੁਕਤ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਕੋਟਣ, ਕੋਟਣ ਦਾ ਅਰਥ ਹੁੰਦਾ ਕਰੋੜ। ਕੋਟਣ ਮੈਂ ਨਾਨਕ ਕਉ, ਕਰੋੜਾਂ ਦੇ ਵਿੱਚੋਂ ਸਤਿਗੁਰੂ ਕਹਿੰਦੇ ਕਉ ਇੱਕ ਐਸਾ ਹੈ, ਨਾਰਾਇਣ ਜੇ ਚੀਤ, ਜਿਹੜਾ ਮਾਇਆ ਦੀ ਡੋਲਣਾ ਤੋਂ ਵੱਖਰਾ ਹੋ ਕੇ ਉਸ ਨਾਰਾਇਣ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਹੈ। ਕੋਟਣ ਮੈਂ ਨਾਨਕ ਕਉ, ਨਾਰਾਇਣ ਜੇ ਚੀਤ, ਜਿਹਦੇ ਚਿੱਤ ਦੇ ਵਿੱਚ ਨਾਰਾਇਣ ਵਸ ਗਿਆ, ਜਿਹਨੇ ਚਿੱਤ ਤੋਂ ਮਾਇਆ ਨੂੰ ਭੁਲਾ ਦਿੱਤਾ, ਵਿਸਾਰ ਦਿੱਤਾ। ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ, ਜੈਸੇ ਜਲ ਤੇ ਬੁੱਧ ਬੁਦਾ, ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਜਗਤ ਦੀ ਰਚਨਾ ਕੈਸੀ, ਜਿਵੇਂ ਪਾਣੀ ਦੇ ਉੱਤੇ ਕੋਈ ਬੁਲਬੁਲਾ ਪੈਦਾ ਹੋ ਜੇ, ਕੋਈ ਹੰਕਾਰ ਕਰੇ ਕਿ ਮੇਰੀ ਵੱਖਰੀ ਹੋਂਦ ਹੈ। ਸਤਿਗੁਰ ਕਹਿੰਦੇ ਉਹਦਾ ਹੰਕਾਰ ਜਿਹੜਾ ਹੈ ਛੇਤੀ ਨਾਸ਼ ਹੋ ਜਾਵੇਗਾ, ਕਿਉਂਕਿ ਬੁਲਬੁਲਾ ਸਦੀਵੀ ਨਹੀਂ ਰਹਿੰਦਾ, ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰ ਸਦੀਵੀ ਨਹੀਂ ਹੈ। ਜੇ ਸਵਾਲ ਵੀ ਪੈਦਾ ਹੁੰਦਾ, ਜੇ ਪਰਮੇਸ਼ਰ ਦਾ ਬਣਾਇਆ ਸੰਸਾਰ ਹੈ, ਸਦੀਵੀ ਕਿਉਂ ਨਹੀਂ? ਸਾਧ ਸੰਗਤ, ਦੋ ਗੱਲਾਂ ਸਤਿਗੁਰਾਂ ਨੇ ਗੁਰਬਾਣੀ 'ਚ ਕੀਤੀਆਂ, ਇੱਕ ਨਿਰਗੁਣ ਤੇ ਇੱਕ ਸਰਗੁਣ। ਸਰਗੁਣ ਸਰੂਪ ਜਿਹੜਾ ਉਹ ਬਦਲਦਾ ਰਹਿੰਦਾ। ਸਾਡਾ ਸਰੀਰ ਹੈ, ਬਦਲਦਾ ਰਹਿੰਦਾ ਹੈ। ਜਿਹੜੀ ਚੀਜ਼ ਆਕਾਰ ਦੇ ਵਿੱਚ ਉਹ ਬਦਲਦੀ ਰਹਿੰਦੀ ਹੈ। ਕੋਈ ਮਹਿਲ ਬਣਾਇਆ ਕਿਸੇ ਰਾਜੇ ਨੇ, ਦਿੱਲੀ ਦਾ ਲਾਲ ਕਿਲ੍ਹਾ ਦੇਖ ਲਓ, ਤੇ ਇਹ ਦਿਨੋ ਦਿਨ
ਖਤਮ ਹੁੰਦਾ ਜਾ ਰਿਹਾ, ਬਦਲਦਾ ਜਾ ਰਿਹਾ। ਕੋਈ ਰਾਜੇ ਨੇ ਮਹਿਲ ਬਣਾਇਆ, ਉਹ ਖੰਡਰ ਬਣੇਗਾ। ਸਰੀਰ ਸਾਡਾ ਬਣਿਆ ਹੈ, ਬੁਢੇਪਾ ਆਵੇਗਾ, ਖਤਮ ਹੋਵੇਗਾ, ਨਾਸ਼ ਹੋਵੇਗਾ। ਸਰਗੁਣ ਹੈ, ਦਿਖਦਾ ਹੈ, ਪ੍ਰਤੱਖ ਹੈ। ਫੁੱਲ ਖਿੜਿਆ ਹੈ, ਦਿਖਦਾ ਹੈ, ਪ੍ਰਤੱਖ ਹੈ। ਪੱਤੀ ਪੱਤੀ ਖਿਲਾਰ ਦਿਓ ਤੇ ਆਕਾਰ ਬਦਲ ਜਾਵੇਗਾ, ਖਤਮ ਹੋ ਜਾਵੇਗਾ। ਪਰ ਕੀ ਨਹੀਂ ਉਹਦੇ ਵਿੱਚੋਂ ਖਤਮ ਹੋਏਗਾ? ਖੁਸ਼ਬੂ ਨਹੀਂ ਖਤਮ ਹੋਵੇਗੀ। ਖੁਸ਼ਬੂ ਨੂੰ ਖਤਮ ਕਰ ਸਕਦੇ ਹੋ? ਨਹੀਂ ਕਰ ਸਕਦੇ। ਖੁਸ਼ਬੂ ਨਿਰਗੁਣ ਹੈ, ਫੁੱਲ ਜਿਹੜਾ ਹੈ ਉਹ ਸਰਗੁਣ ਹੈ। ਇਸ ਕਰਕੇ ਸਤਿਗੁਰ ਕਹਿੰਦੇ ਨਿਰਗੁਣ ਜਿਹੜਾ ਉਹ ਕਦੀ ਨਾਸ਼ ਨਹੀਂ ਹੁੰਦਾ, ਜਿਹੜਾ ਸਰਗੁਣ ਹੈ ਉਹ ਬਦਲਦਾ ਰਹਿੰਦਾ ਹੈ। ਸਮੇਂ ਸਮੇਂ ਨਾਲ ਸੰਸਾਰ ਦੇ ਵਿੱਚ ਪਰਮੇਸ਼ਰ ਦੇ ਹੁਕਮ ਦੇ ਨਾਲ ਤਬਦੀਲੀ ਆਉਂਦੀ ਹੈ। ਸਤਿਗੁਰੂ ਕਹਿੰਦੇ ਜੇ ਕੋਈ ਬੁਲਬੁਲਾ ਪਾਣੀ ਦੇ ਉੱਤੇ ਆ ਜਾਵੇ, ਉਹ ਆਪਣੀ ਵੱਖਰੀ ਹੋਂਦ ਬਣਾ ਲਵੇ, ਤੇ ਸਤਿਗੁਰੂ ਕਹਿੰਦੇ ਉਹ ਥੋੜ ਚਿਰਾ ਹੈ, ਉਹ ਟੁੱਟ ਜਾਣਾ ਹੈ, ਖਤਮ ਹੋ ਜਾਣਾ ਹੈ। ਤੇ ਸਤਿਗੁਰੂ ਕਹਿੰਦੇ ਜਗਤ ਦੀ ਰਚਨਾ ਵੀ ਐਸੀ ਹੈ ਭਾਈ, ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸਹਿ ਨੀਤ। ਬੁਲਬੁਲੇ ਪੈਦਾ ਹੁੰਦੇ ਆ, ਖਤਮ ਹੁੰਦੇ ਆ, ਅਸੀਂ ਆਉਨੇ ਹਾਂ, ਜਾਂਦੇ ਆ ਸੰਸਾਰ ਦੇ ਵਿੱਚ। ਪੂਰਾਂ ਦੇ ਪੂਰ ਆ ਰਹੇ ਆ, ਪੂਰਾਂ ਦੇ ਪੂਰ ਇੱਥੋਂ ਜਾ ਰਹੇ ਆ। ਇਸ ਤਰ੍ਹਾਂ ਜਗਤ ਦੀ ਰਚਨਾ ਹੈ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਤੇ ਜਿਹੜਾ ਸਾਧ ਸੰਗਤ ਮੀਤ ਹੁੰਦਾ ਹੈ, ਜਿਹੜਾ ਪਰਮੇਸ਼ਰ ਦੀ ਇਸ ਰਚਨਾ ਨਾਲ ਮੋਹ ਨਹੀਂ ਲਾਉਂਦਾ, ਉਸ ਪਰਮੇਸ਼ਰ ਵਾਹਿਗੁਰੂ ਦਾ ਨਾਲ ਮੋਹ ਲਾਉਂਦਾ। ਉਹ ਕਹਿੰਦਾ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੈ ਏਕੰਕਾਰ। ਨੂੰ ਪਤਾ ਜਿਵੇਂ ਬਾਜੀਗਰ ਆਇਆ ਕਿਤੇ ਕਿਸੇ ਸ਼ਹਿਰ 'ਚ, ਕੋਈ ਜਾਦੂਗਰ ਕਹਿ ਲਓ ਜਾਂ ਬਾਜੀਗਰ ਕਹਿ ਲਓ, ਉਹਨੇ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਵਿਖਾਈਆਂ, ਸਾਰਾ ਕੁਝ ਖਿਲਾਰ ਕੇ ਪਸਾਰ ਕੇ ਬੈਠ ਗਿਆ। ਲੋਕ ਉਹਦੇ ਦੁਆਲੇ ਇਕੱਠੇ ਹੋ ਗਏ, ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਉਹਨੇ ਦਿਖਾਈਆਂ। ਦਿਖਾਉਣ ਤੋਂ ਬਾਅਦ ਸਾਰਾ ਕੁਝ ਸਮੇਟਿਆ ਤੇ ਆਪਣੇ ਰਾਹ ਪੈ ਗਿਆ। ਸੰਸਾਰ ਇਸ ਤਰ੍ਹਾਂ ਹੈ। ਇਹ ਪਰਮੇਸ਼ਰ ਜਿਹੜਾ ਹੈ ਨਾ, ਉਹਨੇ ਖੇਡ ਪਸਾਰਾ ਖਿਲਾਰਿਆ ਹੋਇਆ। ਤੇ ਜਦੋਂ ਸਾਧ ਸੰਗਤ ਇਹ ਸਾਰਾ ਕੁਝ ਖਤਮ, ਸਾਰਾ ਕੁਝ ਹੋ ਕੇ ਉਸ ਤੋਂ ਬਾਅਦ ਅਖੀਰ ਤੇ ਕੌਣ ਰਹਿ ਜਾਵੇਗਾ? ਅਕਾਲ ਪੁਰਖ ਪਰਮੇਸ਼ਰ, ਵਾਹਿਗੁਰੂ ਆਪ ਰਹਿ ਜਾਵੇਗਾ। ਸਤਿਗੁਰ ਕਹਿੰਦੇ ਜਲ ਤੇ ਉੱਠੈ ਬਹੁਤ ਤਰੰਗਾ, ਕਣਕ ਭੂਖਣ ਕੀਨੇ ਬਹੁ ਰੰਗਾ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਇੱਕ ਅੰਕਾਰਾ। ਕਹਿੰਦੇ ਜਿਵੇਂ ਜਲ ਤੋਂ ਕਈ ਤਰੰਗਾਂ ਉੱਠਦੀਆਂ, ਜਲ ਦਾ ਰੂਪ ਬਾਝ ਹੋ ਜਾਂਦੀਆਂ। ਜਲ ਤੇ ਉੱਠ ਹੈ ਅਨੇਕ ਤਰੰਗਾ, ਕਣਕ ਭੂਖਣ ਕੀਨੇ ਬਹੁ ਰੰਗਾ। ਸੁਨਿਆਰੇ ਦੇ ਸਾਹਮਣੇ ਤੁਸੀਂ ਗਹਿਣਾ ਲੈ ਕੇ ਚਲ ਜਾਓ, ਭਾਵੇਂ ਉਹ ਕੜਾ ਹੈ, ਛਾਪ ਹੈ, ਮੁੰਦਰੀ ਹੈ, ਪਰ ਉਹਨੂੰ ਉਹਦੇ ਵਿੱਚੋਂ ਸਿਰਫ ਸੋਨਾ ਨਜ਼ਰ ਆਵੇਗਾ, ਆਕਾਰ ਨਜ਼ਰ ਨਹੀਂ ਆਵੇਗਾ, ਕਿਉਂਕਿ ਸੋਨੇ ਤੋਂ ਹੀ ਸਾਰਾ ਕੁਝ ਬਣਿਆ। ਕਣਕ ਭੂਖਣ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ। ਬੀਜ ਬੀਜਦੇ ਆ, ਉਹਦੇ ਵਿੱਚੋਂ ਦਰਖਤ ਪੈਦਾ ਹੁੰਦਾ ਹੈ, ਪੌਦਾ ਪੈਦਾ ਹੁੰਦਾ ਹੈ, ਫਿਰ ਕੀ ਹੈ? ਫਲ ਹੁੰਦਾ ਹੈ। ਫਲ ਦੇ ਵਿੱਚ ਫਿਰ ਅੱਗੇ ਕੀ ਹੈ? ਬੀਜ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਇੱਕ ਅੰਕਾਰਾ। ਇੱਕ ਓੰਕਾਰ ਪਰਮੇਸ਼ਰ ਵਾਹਿਗੁਰੂ ਰਵੇਗਾ। ਸਤਿਗੁਰ ਕਹਿੰਦੇ ਭਾਈ ਜਗਤ ਦੀ ਰਚਨਾ ਐਸੀ ਹੈ, ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸਹਿ ਨੀਤ। ਸਤਿਗੁਰ ਕਹਿੰਦੇ ਜਗ ਰਚਨਾ, ਜਗਤ ਦੀ ਰਚਨਾ ਪਰਮੇਸ਼ਰ ਨੇ ਐਸੀ ਬਣਾਈ ਹੈ ਭਾਈ, ਕਹੋ ਨਾਨਕ ਸੁਨ ਮੀਤ। ਬਾਜੀਗਰ ਸਿਉ ਮੋਹੇ ਪ੍ਰੀਤ ਬਨ ਆਈ। ਇਹ ਜੀਵਨ ਦੇ ਵਿੱਚ ਆਵੇ, ਉਸ ਬਾਜੀਗਰ ਦੇ ਨਾਲ ਪ੍ਰੀਤ ਪਾ ਲਈਏ ਜਿਹਨੇ ਇਹ ਸੰਸਾਰ ਬਣਾਇਆ। ਉਸ ਵਾਹਿਗੁਰੂ ਦੇ ਨਾਲ ਪ੍ਰੀਤ ਪਾ ਲਈਏ। ਸਤਿਗੁਰੂ ਰਹਿਮਤ ਕਰਨ। ਅੱਜ ਦੀਆਂ ਸ਼ਲੋਕਾਂ ਅੰਦਰ ਮਹਾਰਾਜ ਨੇ ਇਹੀ ਦੱਸਿਆ ਭਾਈ, ਲੋਭ ਮੋਹ ਹੰਕਾਰ ਦੀ ਮਮਤਾ ਛੱਡ ਦੇ, ਫਿਰ ਜਗਤ ਨੂੰ ਸੁਭਨਾ ਕਰਕੇ ਜਾਣ। ਇਹ ਪ੍ਰਾਣੀ ਮਾਇਆ ਦੇ ਵਿੱਚ ਨਾ ਡੋਲ, ਤੇ ਸੰਸਾਰ ਨੂੰ ਜਲ ਤੇ ਬੁਲਬੁਲੇ ਦੀ ਨਿਆਈ ਜਾਣ। ਤੇਰਾ ਵੀ ਭਲਾ ਹੋ ਜਾਵੇ ਤੇ ਤੂੰ ਦੂਸਰਿਆਂ ਦੇ ਉਧਾਰ ਦਾ ਕਾਰਨ ਵੀ ਬਣੇ। ਸਤਿਗੁਰੂ ਦਾ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਮਾਪਤੀ ਹੈ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।